Good morning, students. Now we will start our topic number 5th of third chapter. आज ਆਪਾਂ पढ़ना कि डिटर्मीनेशन ऑफ कंज्यूमर्स इक्विलिब्रियम की ਹੁੰਦਾ ठीक है। ਜਿਹੜਾ ਕੰਜ਼ਿਊਮਰ ਇਕੁਇਲਿਬ੍ਰੀਅਮ ਬਾਰੇ ਪੜ੍ਹ ਰਹੇ ਆ ਆਪਾਂ ਠੀਕ ਹੈ, ਕੱਲ ਇਹਦਾ ਮੀਨਿੰਗ ਦੇਖਿਆ, ਉਹਦੇ ਵਿੱਚ ਡਿਟਰਮੀਨੇਸ਼ਨ ਕਦੋਂ ਹੁੰਦਾ, ਕਦੋਂ ਕਹਿੰਦੇ ਜਿਹੜਾ ਪੁਆਇੰਟ ਆਫ ਇਕੁਇਲਿਬ੍ਰੀਅਮ ਆਪਾਂ ਨੂੰ ਮਿਲਦਾ ਵਾ। ਦੇਖੋ ਇਕੁਇਲਿਬ੍ਰੀਅਮ ਨੂੰ ਪੁਆਇੰਟ ਆਫ ਬੈਲੈਂਸ ਵੀ ਕਿਹਾ ਜਾਂਦਾ। ਬੈਲੈਂਸ ਪੁਆਇੰਟ ਆਪਾਂ ਨੂੰ ਪਤਾ ਵੀ ਜਿੱਥੇ ਇੱਧਰ ਚੀਜ਼ ਉਹ ਬਰਾਬਰ ਹੋਵੇ, ਇੱਧਰ ਚੀਜ਼ ਬਰਾਬਰ ਹੋਵੇ, ਇੱਥੇ ਕੀ ਹੈ ਬੈਲੈਂਸ ਦਾ ਪੁਆਇੰਟ ਆ ਠੀਕ ਹੈ। ਨਾ ਕੋਈ ਇੱਧਰ ਜਾਣਾ ਚਾਹੁੰਦਾ ਤੇ ਨਾ ਹੀ ਉੱਧਰ ਜਾਣਾ ਚਾਹੁੰਦਾ ਠੀਕ ਹੈ। ਇਹ ਪੁਆਇੰਟ ਤੋਂ ਵੱਧ ਕੀ ਆ ਉਹਨੂੰ ਸੰਤੁਸ਼ਟੀ ਪ੍ਰਾਪਤ ਆ ਤੇ ਇੱਥੇ ਹੀ ਖੜਾ ਰਹਿਣਾ ਚਾਹੁੰਦਾ ਠੀਕ ਹੈ। ਹੁਣ ਦੇਖੋ ਭੋਗੀ ਦੇ ਸੰਤੁਲਨ ਦਾ ਨਿਰਧਾਰਨ ਕਿਵੇਂ ਕੀਤਾ ਜਾਂਦਾ। We know that the objective of a rational consumer is to maximize his satisfaction from the spending his money income। ਆਪਾਂ ਨੂੰ ਪਤਾ ਆਪਣੇ ਕੋਲ ਜਿਹੜੀ ਇਨਕਮ ਆਪਾਂ ਨੂੰ ਪਲਾਨ ਕਰਕੇ ਚੱਲਦੇ ਆਂ ਵੀ ਆਪਾਂ ਇਸ ਹਿਸਾਬ ਦੇ ਨਾਲ ਸਪੈਂਡ ਕਰਨੀ ਹੈ, ਖਰਚ ਕਰਨੀ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਚੀਜ਼ਾਂ ਮਿਲ ਸਕਣ ਠੀਕ ਹੈ, ਵੱਧ ਤੋਂ ਵੱਧ ਆਪਾਂ ਨੂੰ ਉਹਦੇ ਤੋਂ ਸੰਤੁਸ਼ਟੀ ਪ੍ਰਾਪਤ ਹੋ ਸਕੇ, ਸੈਟੀਸਫੈਕਸ਼ਨ ਪ੍ਰਾਪਤ ਹੋ ਸਕੇ ਠੀਕ ਹੈ। ਹੁਣ ਆਪਾਂ ਰੈਸ਼ਨਲ ਕੰਜ਼ਿਊਮਰ ਬਾਰੇ ਕੱਲ ਪੜ੍ਹਿਆ ਸੀ ਕਿ ਵਿਵੇਕਸ਼ੀਲ ਭੋਗੀ ਉਹੀ ਹੁੰਦਾ ਜੋ ਕੀ ਆ ਆਪਣੀ ਇਨਕਮ ਨੂੰ ਇਸ ਵੇ ਦੇ ਨਾਲ ਸਪੈਂਡ ਕਰਦਾ, ਇਸ ਵੇ ਦੇ ਨਾਲ ਖਰਚ ਕਰਦਾ ਕਿ ਜਿਹਦੇ ਨਾਲ ਉਹਦੀ ਕੀ ਆ ਜਿਹੜਾ ਉਹਦੀ ਵਾਂਟ ਸੈਟੀਸਫਾਈਂਗ ਪਾਵਰ ਆ ਜਿਹੜੀ ਠੀਕ ਹੈ, ਯੂਟਿਲਿਟੀ ਉਹ ਮੈਕਸੀਮਾਈਜ਼ ਹੋ ਜਾਂਦੀ ਹੈ ਤੇ ਉਹਦੀ ਕੀ ਆ ਜਿਹੜੀ ਸੈਟੀਸਫੈਕਸ਼ਨ ਆ ਉਹ ਵੀ ਕੀ ਆ ਵੱਧ ਤੋਂ ਵੱਧ ਹੋ ਜਾਂਦੀ ਹੈ ਠੀਕ ਹੈ। ਹੁਣ ਕਹਿੰਦੇ ਵੈਨ ਦਾ ਓਬਜੈਕਟਿਵ ਇਜ਼ ਫੁੱਲਫਿਲਡ, ਕਿਹੜਾ ਓਬਜੈਕਟ ਕਹਿੰਦੇ ਜਦੋਂ ਪੂਰਾ ਹੁੰਦਾ, ਕਿਹੜਾ ਓਬਜੈਕਟ ਸੀਗਾ, ਓਬਜੈਕਟਿਵ ਆਫ ਮੈਕਸੀਮਾਈਜ਼ ਹਿਜ਼ ਸੈਟੀਸਫੈਕਸ਼ਨ ਠੀਕ ਹੈ। ਘੱਟ ਤੋਂ ਘੱਟ ਇਨਕਮ ਖਰਚ ਕਰਕੇ ਜਦੋਂ ਉਹਨੂੰ ਵੱਧ ਤੋਂ ਵੱਧ ਸੈਟੀਸਫੈਕਸ਼ਨ ਮਿਲਦੀ ਹੈ, ਜਦੋਂ ਇਹ ਵਾਲਾ ਕੀ ਆ ਓਬਜੈਕਟਿਵ ਕਹਿੰਦੇ ਫੁੱਲਫਿਲ ਹੋ ਜਾਂਦਾ, ਪੂਰਾ ਹੋ ਜਾਂਦਾ, ਤਾਂ ਉਸ ਸਮੇਂ ਆਪਾਂ ਕਹਿ ਸਕਦੇ ਹਾਂ ਕੰਜ਼ਿਊਮਰ ਇਜ਼ ਸੈਡ ਟੂ ਬੀ ਇਕੁਇਲਿਬ੍ਰੀਅਮ, ਵੀ ਕੰਜ਼ਿਊਮਰ ਆ ਕੀ ਆ ਅਭੋਗੀ ਆ ਸੰਤੁਲਨ ਦੀ ਸਥਿਤੀ ਵਿੱਚ ਆ ਗਿਆ। ਸੋ ਦੇਖੋ ਅੱਜ ਆਪਾਂ ਪੜ੍ਹਨਾ ਵੀ ਇਹਦਾ ਨਿਰਧਾਰਨ ਕਿਵੇਂ ਕੀਤਾ ਜਾਂਦਾ। ਦੇਖੋ ਕੰਜ਼ਿਊਮਰਸ ਇਕੁਇਲਿਬ੍ਰੀਅਮ ਥਰੂ ਯੂਟਿਲਿਟੀ ਐਨਾਲਾਈਸਿਸ ਕੈਨ ਬੀ ਸਟੱਡੀਡ ਅੰਡਰ ਦਾ ਫੋਲੋਇੰਗ ਸਿਚੁਏਸ਼ਨਸ। ਕਹਿੰਦੇ ਦੋ ਆਪਾਂ ਸਥਿਤੀਆਂ ਪੜ੍ਹਨੀਆਂ ਇਹਦੇ ਵਿੱਚ ਜਿਹਦੇ ਅੰਡਰ ਕੀ ਹੈ ਕੰਜ਼ਿਊਮਰ ਦੇ ਇਕੁਇਲਿਬ੍ਰੀਅਮ ਨੂੰ ਦਿਖਾਇਆ ਜਾਂਦਾ ਠੀਕ ਹੈ। ਯੂਟਿਲਿਟੀ ਕੀ ਹੁੰਦੀ ਆ, ਵਾਂਟ, ਕਿਸੇ ਵੀ ਕਮੋਡਿਟੀ ਦੀ ਵਾਂਟ ਸੈਟੀਸਫਾਈਂਗ ਪਾਵਰ ਹੁੰਦੀ ਹੈ ਠੀਕ ਹੈ, ਜਿਹਦੇ ਨਾਲ ਕੀ ਆ ਮਨੁੱਖ ਦੀਆਂ ਜ਼ਰੂਰਤਾਂ ਉਹ ਪੂਰੀਆਂ ਹੁੰਦੀਆਂ ਠੀਕ ਹੈ, ਸੰਤੁਸ਼ਟ ਹੋ ਜਾਂਦਾ ਉਹ ਪੂਰੀ ਤਰ੍ਹਾਂ। ਹੁਣ ਜਿਹੜੀਆਂ ਇਹ ਦੋ ਅਪਰੋਚ ਪੜ੍ਹਨੀਆਂ ਆਪਾਂ, ਉਹ ਕਾਰਡੀਨਲ ਅਪਰੋਚ ਵੀ ਉਹਨੂੰ ਕਿਹਾ ਜਾਂਦਾ ਠੀਕ ਹੈ। ਕਾਰਡੀਨਲ ਕਿਉਂ ਕਿਹਾ ਜਾਂਦਾ, ਕਿਉਂਕਿ ਆਪਾਂ ਇਹਨੂੰ ਨੰਬਰਿੰਗ ਫਾਰਮ ਦੇ ਵਿੱਚ ਗਿਣਤੀ ਦੇ ਵਿੱਚ ਕੀ ਆ ਸ਼ੋ ਕਰ ਸਕਦੇ ਹਾਂ। ਫਸਟ ਕੀ ਆ ਕੰਜ਼ਿਊਮਰਸ ਇਕੁਇਲਿਬ੍ਰੀਅਮ ਵਿਦ ਵਨ ਕਮੋਡਿਟੀ ਔਰ ਵਨ ਕਮੋਡਿਟੀ ਵਿਦ ਸਿੰਗਲ ਯੂਜ਼। ਫਸਟ ਕੀ ਆ ਕੰਜ਼ਿਊਮਰ ਦਾ ਇਕੁਇਲਿਬ੍ਰੀਅਮ ਉਦੋਂ ਦਿਖਾਇਆ ਜਾਊਗਾ ਇਹਦੇ ਵਿੱਚ ਜਦੋਂ ਕਿ ਉਹ ਇੱਕ ਵਸਤੂ ਨੂੰ ਕੀ ਆ ਯੂਜ਼ ਕਰ ਰਿਹਾ ਤੇ ਉਸ ਵਸਤੂ ਦਾ ਕੀ ਆ ਇੱਕ ਸਿੰਗਲ ਹੀ ਯੂਜ਼ ਆ ਠੀਕ ਹੈ। ਇੱਕ ਵਸਤੂ ਜਾਂ ਇੱਕ ਭੋਗੀ ਵਾਲੀ ਵਸਤੂ ਨਾਲ ਸੰਤੁਲਨ ਪਹਿਲਾਂ ਦਿਖਾਵਾਂਗੇ। ਸੈਕਿੰਡ ਸਿਚੁਏਸ਼ਨ ਕਿਹੜੀ ਆ, ਜਦੋਂ ਕੰਜ਼ਿਊਮਰ ਇਕੁਇਲਿਬ੍ਰੀਅਮ ਵਿਦ ਟੂ ਕਮੋਡਿਟੀਜ਼, ਦੋ ਚੀਜ਼ਾਂ ਵਾ, ਵਨ ਕਮੋਡਿਟੀ ਵਿਦ ਟੂ ਯੂਜ਼ਰ, ਜਾਂ ਫਿਰ ਇੱਕ ਚੀਜ਼ ਆ ਉਹਦੇ ਕੀ ਆ ਦੋ ਯੂਜ਼ਰ ਆ ਠੀਕ ਹੈ। ਦੋ ਵਸਤੂਆਂ ਜਾਂ ਦੋ ਉਪਭੋਗਾਂ ਵਾਲੀ ਇਕੱਲੀ ਵਸਤੂ ਨਾਲ ਉਪਭੋਗੀ ਸੰਤੁਲਨ ਕੀ ਆ ਦਿਖਾਇਆ ਜਾਂਦਾ। ਸਭ ਤੋਂ ਪਹਿਲਾਂ ਆਪਾਂ ਇਹਦਾ ਫਸਟ ਪੁਆਇੰਟ ਡਿਸਕਸ ਕਰਾਂਗੇ। ਦੇਖੋ ਕੰਜ਼ਿਊਮਰ ਇਕੁਇਲਿਬ੍ਰੀਅਮ ਵਿਦ ਵਨ ਕਮੋਡਿਟੀ ਔਰ ਵਨ ਕਮੋਡਿਟੀ ਵਿਦ ਸਿੰਗਲ ਯੂਜ਼ ਠੀਕ ਹੈ। ਇੱਕ ਕਮੋਡਿਟੀ ਹੈ ਕੰਜ਼ਿਊਮਰ ਕੋਲ ਤੇ ਉਹਦਾ ਯੂਜ਼ ਵੀ ਕੀ ਹੈ ਇੱਕ ਸਿੰਗਲ ਯੂਜ਼ ਹੈ ਠੀਕ ਹੈ। ਉਹ ਕਮੋਡਿਟੀ ਨੂੰ ਇੱਕ ਵਸਤੂ ਨੂੰ ਸਿਰਫ ਇੱਕ ਵਾਰ ਹੀ ਯੂਜ਼ ਕਰਦਾ। ਉਦੋਂ ਕੀ ਆ ਕੰਜ਼ਿਊਮਰ ਇਕੁਇਲਿਬ੍ਰੀਅਮ ਕਿੱਥੇ ਹੋਊਗਾ ਅੱਜ ਆਪਾਂ ਪੜਾਂਗੇ ਠੀਕ ਹੈ। ਕਹਿੰਦੇ ਇਹਦੇ ਵਿੱਚ ਕੀ ਆ ਦੋ ਤਰ੍ਹਾਂ ਦੇ ਨਾਲ ਕੰਜ਼ਿਊਮਰ ਦੇ ਇਕੁਇਲਿਬ੍ਰੀਅਮ ਨੂੰ ਦਿਖਾਇਆ ਜਾਂਦਾ। ਇੱਕ ਜਦੋਂ MUX = MPX, ਜਦੋਂ ਇਹ ਦੋਨੇ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਇਨ ਮਨੀ ਟਰਮਸ ਠੀਕ ਹੈ। ਜਾਂ ਫਿਰ ਕੀ ਕਹਿੰਦੇ ਆ ਜਿਹੜੇ MUX/PX = MUM ਠੀਕ ਹੈ, ਜਾਂ ਫਿਰ ਇਹ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਠੀਕ ਹੈ। ਹੁਣ ਆਪਾਂ ਕਹਿ ਸਕਦੇ ਹਾਂ ਵੀ ਇਕੁਇਲਿਬ੍ਰੀਅਮ ਕਦੋਂ ਹੋਊਗਾ, ਜਦੋਂ MUX = PX ਦੇ ਬਰਾਬਰ ਹੋਊਗਾ ਠੀਕ ਹੈ। MU ਤੁਹਾਨੂੰ ਪਤਾ ਵੀ ਮਾਰਜਨਲ ਯੂਟਿਲਿਟੀ ਆਫ ਗੁੱਡ X, P ਮਤਲਬ ਪ੍ਰਾਈਸ, ਕਿਹਦਾ ਪ੍ਰਾਈਸ ਆਫ ਗੁੱਡ X ਦਾ। ਹੁਣ ਇਹਦੇ ਵਿੱਚ ਕੀ ਮੰਨ ਕੇ ਚੱਲਣਾ ਵੀ ਜਿਹੜਾ MU ਆ ਡਿਮਿਨਿਸ਼ਿੰਗ ਆ, ਮਤਲਬ ਜਦੋਂ ਆਪਾਂ ਕੋਈ ਵਸਤੂ ਨੂੰ ਯੂਜ਼ ਕਰੀ ਜਾਂਦੇ ਆ ਉਹਦਾ ਹਰੇਕ ਯੂਜ਼ ਕਰਨ ਦੇ ਨਾਲ ਠੀਕ ਹੈ ਉਹਦੇ ਤੋਂ ਮਿਲਣ ਵਾਲੀ ਯੂਟਿਲਿਟੀ ਆ, ਮਾਰਜਨਲ ਯੂਟਿਲਿਟੀ ਆ, ਉਹ ਕੀ ਆ ਘਟਦੀ ਜਾਊਗੀ। ਇਹਨੂੰ ਕੀ ਕਹਿੰਦੇ ਆ ਡਿਮਿਨਿਸ਼ਿੰਗ ਕਿਹਾ ਜਾਂਦਾ। ਤੇ ਜਿਹੜਾ ਪ੍ਰਾਈਸ ਆ ਉਹਨੂੰ ਇਹਦੇ ਵਿੱਚ ਕੀ ਆ ਕੌਨਸਟੈਂਟ ਮੰਨ ਲੈਣਾ ਠੀਕ ਹੈ। ਦੇਖੋ this case is explained by the law of diminishing marginal utility
ठीक है। ये लॉ आ जिहड़ा आपां पढ़ना, ठीक है, वन कमोडिटी वाला, वो काहदे ते डिपेंड करदा, ये घटदे सीमांत दृष्टिकोण ते की आ निर्भर करदा। हुण देखो डिमिनिशिंग मार्जिनल यूटिलिटी की हुंदी है जदों की है MU आ, ठीक है, वो की आ घटदी जांदी है, ठीक है। पहला किसी वस्तु तो वध MU मिलूगी, फिर घट मिलूगी, फिर उदों घट मिलूगी, ठीक है। हुण इहदी डायग्राम आ जिहड़ी इदां बनदी हुंदी है क्योंकि कोई चीज़ की है डाउनवर्ड जा रही है, डिकलाइन हो रही है, तां करके इहनूं डिमिनिशिंग मार्जिनल यूटिलिटी कहा जांदा। दिस लॉ स्टेट्स दैट, ये लॉ की कहंदा, कहंदे अदर थिंग्स बीइंग कॉन्सटेंट। ਆਪਾਂ ਕੱਲ ਪੜਿਆ ਸੀ ਐਗਜ਼ੰਪਸ਼ਨਸ ਲਈਆਂ ਸੀ ਇਸ ਲਾਅ ਦੀਆਂ, ਕੀ ਲਈਆਂ ਸੀ ਕਿ ਬਾਕੀ ਸਾਰੀਆਂ ਚੀਜ਼ਾਂ ਕੌਨਸਟੈਂਟ ਆ, ਮਤਲਬ ਕਿਸੇ ਵਸਤੂ ਦਾ ਪ੍ਰਾਈਸ, ਫੈਸ਼ਨ, ਟੇਸਟ, ਹੈਬਿਟਸ, ਠੀਕ ਹੈ, ਇਹ ਸਾਰੀਆਂ ਕੌਨਸਟੈਂਟ ਆ, ਠੀਕ ਹੈ, ਇਹਨਾਂ ਵਿੱਚ ਕੋਈ ਚੇਂਜ ਨਹੀਂ ਆਉਂਦਾ। ਤਾਂ ਕੀ ਹੋਊਗਾ, ਐਜ਼ ਆ ਕੰਜ਼ਿਊਮਰ ਐਡੀਸ਼ਨਲ ਕੰਜ਼ਿਊਮਸ ਐਡੀਸ਼ਨਲ ਯੂਨਿਟਸ ਆਫ ਕਮੋਡਿਟੀ, ਕੋਈ ਵੀ ਕੰਜ਼ਿਊਮਰ ਆ ਕਿਸੇ ਜਿਹੜੀ ਕਮੋਡਿਟੀ ਆ, ਕੋਈ ਵੀ ਗੁੱਡ ਆ, ਉਹਦੀ ਇੱਕ ਵੱਧ ਯੂਨਿਟ ਕੰਜ਼ਿਊਮ ਕਰਨ 'ਤੇ, ਵਰਤੋਂ ਕਰਨ 'ਤੇ, ਯੂਜ਼ ਕਰਨ 'ਤੇ ਦਾ ਯੂਟਿਲਿਟੀ ਡਰਾਈਵਸ ਫਰੋਮ ਈਚ ਸਕਸੈਸਿਵ ਯੂਨਿਟ ਗੋਜ਼ ਔਨ ਡਿਕਰੀਜ਼ਿੰਗ, ਠੀਕ ਹੈ। ਇਹ ਉਹੀ ਕਹਿ ਰਹੇ ਆ ਡਿਮਿਨਿਸ਼ਿੰਗ ਮਾਰਜਨ ਯੂਟਿਲਿਟੀ ਕੀ ਹੁੰਦਾ ਕਿ ਜਦੋਂ ਜਦੋਂ ਆਪਾਂ ਕਿਸੇ ਚੀਜ਼ਾਂ ਦੀਆਂ ਵੱਧ ਕੀ ਆ ਇਕਾਈਆਂ ਯੂਜ਼ ਕਰਦੇ ਜਾਵਾਂਗੇ ਤਾਂ ਉਹਦੇ ਤੋਂ ਮਿਲਣ ਵਾਲੀ MU ਆ ਕੀ ਆ, ਉਹ ਕੀ ਆ ਡਿਕਰੀਜ਼ ਹੁੰਦੀ ਜਾਊਗੀ, ਘਟਦੀ ਜਾਊਗੀ, ठीक है। सब तो पहला की है जिहड़े आपां पढ़ना भी कंज्यूमर दा इक्विलिब्रियम कित्थे हुंदा, जिथे MUX इज इक्वल टू MUX इज इक्वल टू PX, मतलब इहदे किसी भी कोई भी गुड है X, ਉਹਦੇ ਤੋਂ ਮਿਲਣ ਵਾਲੀ मार्जिनल यूटिलिटी इज इक्वल टू उस वस्तु की ਜਿਹੜੀ कीमत आ ਉਹਦੇ प्राइस ਦੇ बराबर आऊगा, उदों की आ आपां कह सकते हैं भी कंज्यूमर आ वो इक्विलिब्रियम प्राप्त कर रहा। हुण आपां इहदा एक की आ टेबल बनावांगे, देखो कित्थों स्टार्ट करना, पहले एक आपां 3 कॉलम्स बना लेने हैं। देखो फस्ट जे लिखांगे आपां यूनिट, फिर लिखांगे मार्जिनल यूटिलिटी ऑफ एक्स गुड एंड प्राइस, ठीक है, PX इन रुपीज़। हुण देखो यूनिट दे विच की लिखना, पहला फस्ट यूनिट, सैकेंड, थर्ड, फोर्थ, फिफ्थ एंड सिक्स, ठीक है। कोई वस्तु आ उहदियां आपां किन्नियां भी इकाइयां यूज़ कीतियां, मान लो आपां 6 इकाइयां उहदियां यूज़ कीतियां। पहला की है, पहली इकाई यूज़ करन ते उहनूं 60 की आ यूटिल्स प्राप्त हुंदे आ, MU प्राप्त हुंदी आ। अगला जदों अगली बार वस्तु की आ यूज़ कीती तां की आ उहदे तों मिलण वाली जिहड़ी आ मार्जिनल यूटिलिटी वो घट जाऊगी, वो 50 होगी। इदां ही की आ ये घटती जाऊगी, ठीक है। 60, 50, 40, 30, 20 एंड 10। ये की आपां पढ़िया सीगा किहड़े लॉ ते डिपेंड है, मार्जिनल डिमिनिशिंग मार्जिनल यूटिलिटी, मतलब की है घटदे सीमांत दृष्टिकोण। सीमांत दृष्टिकोण है ना, ये की है घटदे क्रमां च, ठीक है। 60 तो 50 हो रहा, 50 तो 40, 40 तो 30, 30 तो 20, 20 तो 10। सो की आ आपां प्राइस आपां शुरू च पढ़िया सी भी जिहड़ा किसी भी चीज़ का PX आ, ठीक है, गुड X का PX आ, मतलब प्राइस है इहदा, ठीक है, वो की आ इहदी कीमत हमेशा उन्नी ही रहिंदी आ। देखो आपां नूं पता कोई भी वस्तु खरीदते हैं किन्ने वारी मर्जी खरीद ली आपां उन्नी ही कीमत की आ पे करांगे। सो इहदे विच की आ कोई चेंज नहीं आऊगा कि आपां मन्निया सी ना अदर थिंग्स रिमेनिंग कॉन्सटेंट, ठीक है, ये की आ कॉन्सटेंट रहूगा, इहदे विच कोई भी चेंज नहीं आऊगा। हुण आपां देखना कि जिहड़ा कंज्यूमर इक्विलिब्रियम कित्थे आ, देखो अब सिंपली आपां देख लेना जिथे MUX PX के बराबर है, MUX PX के बराबर है, कित्थे आ आपां देखो MUX, ठीक है, PU इत्थे एक दूजे दे बराबर है, ठीक है। MUX इज इक्वल टू PX, इत्थे आपां कह सकते हैं भी जिहड़ा कंज्यूमर आ उहदा इक्विलिब्रियम हो गया। सो जदों की आ कोई भी कंज्यूमर किसी भी वस्तु दी किन्नियां यूनिट्स यूज़ करदा, इहदियां 4 यूनिट्स यूज़ करदा गुड X दियां, उत्थे उस तो मिलण वाली की आ मार्जिनल यूटिलिटी 30 आ, ते उहदे बदले प्राइस किन्ना दे रहा 30 रुपए, ठीक है। इत्थे आपां कह सकते हैं भी इहदा की आ इक्विलिब्रियम हो गया। इस तो अगे देखो ये लॉ की कहंदा सी, इन द केस ऑफ वन कमोडिटी विद सिंगल यूज़, ठीक है, एक कमोडिटी का एक बारी यूज़ हो रहा, ठीक है, आ रैशनल कंज्यूमर विल स्पेंड हिज इनकम अप टू द पॉइंट वेयर मार्जिनल यूटिलिटी ऑफ द कमोडिटी बिकम्स इक्वल टू द प्राइस।
ਕਹਿੰਦੇ ਜਦੋਂ ਵੀ ਕੀ ਆ ਇਕੁਲੀਬਰੀਅਮ ਦੇ ਵਿੱਚ ਕਦੋਂ ਹੋਊਗਾ, ਕਹਿੰਦੇ ਜਦੋਂ ਕੋਈ ਵੀ ਕੰਜ਼ਿਊਮਰ ਆ ਆਪਣੀ ਜਿਹੜੇ ਪ੍ਰਾਈਜ਼ ਉੱਥੋਂ ਤੱਕ ਦੇਣਾ ਮਨਜ਼ੂਰ ਕਰੂਗਾ, ਠੀਕ ਹੈ, ਉੱਥੋਂ ਤੱਕ ਦੇਣਾ ਚਾਹੂਗਾ ਜਦੋਂ ਤੱਕ ਉਹਦੀ ਜਿਹੜੀ ਪ੍ਰਾਈਜ਼ ਹੈ MU ਦੇ ਬਰਾਬਰ ਨਹੀਂ ਆ ਜਾਊਗਾ। ਸੋ ਆਪਾਂ ਕਹਿ ਸਕਦੇ ਹਾਂ ਵੀ ਆਹ ਪੁਆਇੰਟ ਤੇ ਕੀ ਆ ਆਪਣਾ ਕੰਜ਼ਿਊਮਰ ਨੇ ਇਕੁਲੀਬਰੀਅਮ ਪ੍ਰਾਪਤ ਕਰ ਲਿਆ, ਠੀਕ ਹੈ। ਇਫ ਕਹਿੰਦੇ MUX ਗ੍ਰੇਟਰ ਦੈਨ PX, ਠੀਕ ਹੈ, ਕੀ ਆ ਜਿਹੜਾ MUX ਆ, ਠੀਕ ਹੈ, ਉਹ ਕੀ ਆ ਇਹਦੇ ਤੋਂ ਜ਼ਿਆਦਾ ਆ। ਆਪਾਂ ਕਹਿ ਰਹੇ ਨੇ ਪ੍ਰਾਈਸ ਦਾ 30 ਸੀ, ਇਹ ਤੋਂ ਮਿਲਣ ਵਾਲੀ ਜਿਹੜੀ MU ਆ ਉਹ ਜ਼ਿਆਦਾ, ਠੀਕ ਹੈ। ਆ ਤਿੰਨੇ ਪੁਆਇੰਟਸ ਤੇ ਕੀ ਹੋਊਗਾ, ਕੰਜ਼ਿਊਮਰ ਵਿਲ ਬਾਏ ਮੋਰ ਟਿਲ MUX ਇਜ਼ ਇਕੁਅਲ ਟੂ PX, ਠੀਕ ਹੈ। ਸਮਝੋ ਜਦੋਂ ਕੀ ਕਹਿੰਦੇ ਆ MU ਵੱਧਦਾ ਪ੍ਰਾਈਸ ਤੋਂ ਤਾਂ ਕੰਜ਼ਿਊਮਰ ਹੋਰ ਵਸਤੂਆਂ ਕੀ ਆ ਕੰਜ਼ਿਊਮ ਕਰੀ ਜਾਊਗਾ, ਖਰੀਦੀ ਜਾਊਗਾ, ਜਦੋਂ ਤੱਕ ਕੀ ਆ ਪ੍ਰਾਈਸ ਆ ਇਹਦੇ ਬਰਾਬਰ ਨਹੀਂ ਆ ਜਾਂਦਾ, 30 ਇੱਕ ਦੂਜੇ ਦੇ ਇਕੁਅਲ ਨਹੀਂ ਆ ਜਾਂਦਾ। ਜੇ ਕਹਿੰਦੇ MUX ਲੈਸ ਦੈਨ PX, ਠੀਕ ਹੈ, ਜੇ ਪ੍ਰਾਈਸ ਤੋਂ ਘੱਟ ਆ MU, ਆ ਦੋ ਪੁਆਇੰਟਸ ਤੇ ਦੇਖੋ ਪ੍ਰਾਈਸ ਤਾਂ ਉਹ 30 ਰੁਪਏ ਦੇ ਰਿਹਾ ਤੇ ਉਹਦੇ ਤੋਂ ਮਾਰਜਨਲ ਯੂਟਿਲਿਟੀ 20 ਮਿਲ ਰਹੀ ਆ, ਤਾਂ ਕੀ ਕਰੂਗਾ ਉਹ ਉਦੋਂ ਤੱਕ ਕੀ ਆ ਬਾਏ ਕਰੂਗਾ, ਠੀਕ ਹੈ। ਬਾਏ ਲੈਸ ਮਤਲਬ ਉਹ ਘੱਟ ਯੂਜ਼ ਕਰੂਗਾ, ਤਾਂ ਕੀ ਆ ਇਹਦੇ ਤੋਂ ਘੱਟ ਦੇ ਕਰਮਾਂ 'ਚ ਜਾਣਾ ਪੈਣਾ, ਤਾਂ ਕਰਕੇ ਕੀ ਆ 20 ਆ ਜਿਹੜੇ ਉਹ 4 ਪੁਆਇੰਟ ਤੇ 4 ਯੂਨਿਟ ਕੰਜ਼ਿਊਮ ਕਰਕੇ ਕੀ ਹੈ ਇਹਦੇ ਜਿਹੜੀ MUX ਇਜ਼ ਇਕੁਅਲ ਟੂ PX ਦੇ ਬਰਾਬਰ ਆ ਜਾਊਗਾ। ਸੋ ਆਪਾਂ ਕੀ ਹੈ ਪੁਆਇੰਟ ਕਿੱਥੇ ਲੈ ਕੇ ਆਉਣਾ, ਓਨਲੀ ਇੱਥੇ MUX ਇਜ਼ ਇਕੁਅਲ ਟੂ PX ਤੱਕ। ਇਸ ਤੋਂ ਅੱਗੇ ਦੀ ਇੱਕ ਡਾਇਗਰਾਮ ਆ ਜਿਹਦੇ ਵਿੱਚ OY ਐਕਸਿਸ ਤੇ MU ਤੇ ਪ੍ਰਾਈਸ ਲੈਣਾ, ਠੀਕ ਹੈ, ਮਾਰਜਨ ਯੂਟਿਲਿਟੀ ਐਂਡ ਪ੍ਰਾਈਸ। O ਐਕਸਿਸ ਤੇ ਕੀ ਲੈਣਾ, ਯੂਨਿਟਸ ਆਫ ਗੁੱਡ, X ਮਤਲਬ ਇਹਦੀਆਂ ਇਕਾਈਆਂ। ਆਪਾਂ ਦੇਖਿਆ ਸੀ ਇਕਾਈਆਂ ਕਿੰਨੇ ਤੋਂ ਸਟਾਰਟ ਹੁੰਦੀਆਂ ਸੀ, 1 2 3 4 5 6, ਠੀਕ ਹੈ। ਤੇ ਜਿਹੜਾ ਪ੍ਰਾਈਸ ਸੀ ਜਾਂ MU ਸੀ ਉਹ ਕੀ ਆ 10 ਤੋਂ ਸਟਾਰਟ ਹੋ ਜਾਂਦਾ, ਠੀਕ ਹੈ, 10 20 30 40 50 60, ਠੀਕ ਹੈ। ਦੇਖੋ ਹੁਣ ਆਪਾਂ ਕੀ ਆ ਪਹਿਲਾਂ ਮੰਨਿਆ ਵੀ ਆਪਾਂ ਜਿਹੜਾ ਇੱਥੇ ਕੀ ਲਿਖਾਉਣਾ ਪ੍ਰਾਈਸ ਕਿੰਨਾ ਸੀ 30 ਕਿੰਨਾ ਸੀਗਾ ਕੌਨਸਟੈਂਟ ਸੀਗਾ। ਸੋ ਆਪਾਂ ਇਹ ਇੱਕ ਲਾਈਨ ਕੀ ਆ ਸਿੱਧੀ ਬਣਾਵਾਂਗੇ 30 ਤੋਂ ਸ਼ੁਰੂ ਹੋ ਕੇ, ਇਹ ਕੀ ਆ ਪ੍ਰਾਈਸ ਆ ਕਿਸੇ ਵੀ ਗੁੱਡ X ਦਾ, ਠੀਕ ਹੈ, X ਗੁੱਡ ਯੂਜ਼ ਕਰ ਰਹੇ ਆ, ਉਹਦਾ ਪ੍ਰਾਈਸ ਕੀ ਸੀਗਾ 30 ਤੋਂ ਆਪਾਂ ਕੀ ਹੈ ਇੱਕ ਕੌਨਸਟੈਂਟ ਲਾਈਨ ਬਣਾਤੀ। ਹੁਣ ਆਪਾਂ ਬਣਾਉਣੀ ਆ MU, ਠੀਕ ਹੈ। MU ਆਪਾਂ ਨੂੰ ਪਤਾ ਕਿਹੜੇ ਲਾਅ ਤੇ ਡਿਪੈਂਡ ਕਰਦੀ ਆ, ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਤੇ। ਉਹ ਕੀ ਸੀਗਾ ਇਦਾਂ, ਉਹਦੀ ਸ਼ੇਪ ਆਪਾਂ ਨੂੰ ਅੰਦਾਜ਼ਾ ਲਗਾ ਲਓ ਕਿ ਇਦਾਂ ਬਣੂਗੀ, ਕਿਉਂਕਿ ਇਹ ਕੀ ਹੈ ਨੀਚੇ ਨੂੰ ਆ ਰਹੀ ਆ, ਘਟਦੇ ਕਰਮਾਂ ਦੇ ਵਿੱਚ ਆ ਰਹੀ ਹੈ, ਠੀਕ ਹੈ। ਸੋ ਦੇਖੋ ਜਦੋਂ ਫਸਟ ਯੂਨਿਟ ਕੰਜ਼ਿਊਮ ਕਰਦਾ ਤਾਂ ਕਿੰਨੀ ਮਾਰਜਨਲ ਯੂਟਿਲਿਟੀ ਮਿਲਦੀ ਸੀ 60, ਦੂਸਰੀ ਇਕਾਈ ਕਰਨ ਤੇ 50, ਤੀਸਰੀ ਤੇ 40, ਚੌਥੀ ਤੇ 30, ਪੰਜਵੀਂ ਤੇ 20 ਤੇ ਛੇਵੀਂ ਤੇ 10, ਠੀਕ ਹੈ। ਹੁਣ ਇਹਨਾਂ ਪੁਆਇੰਟਸ ਨੂੰ ਮਿਲਾਉਂਦੇ ਆਪਾਂ ਇੱਕ ਲਾਈਨ ਹੋਰ ਖਿੱਚ ਦੇਣੀ ਆ, ਠੀਕ ਹੈ, ਜੋ ਲਾਈਨ ਕਿਹੜੀ ਬਣ ਜੂ ਆਪਣੇ ਕੋਲ MU ਦੀ ਲਾਈਨ ਬਣ ਜੂ। ਸੋ ਆਪਣੇ ਕੋਲ ਪ੍ਰਾਈਸ ਲਾਈਨ ਵੀ ਆ ਗਈ ਤੇ MU ਵੀ ਆ ਗਈ, ਠੀਕ ਹੈ, ਮਾਰਜਨਲ ਯੂਟਿਲਿਟੀ। ਹੁਣ ਆਪਾਂ ਦੇਖਣਾ ਵੀ ਜਿਹੜਾ ਇਹਦਾ ਇਕੁਲੀਬਰੀਅਮ ਆ E ਪੁਆਇੰਟ ਆ ਉਹ ਕਿੱਥੇ ਆ, ਜਿੱਥੇ ਕੀ ਕਹਿੰਦੇ ਆ MUX ਤੇ PX ਇੱਕ ਦੂਜੇ ਦੇ ਬਰਾਬਰ ਹੋਣ। ਕਿੱਥੇ ਬਰਾਬਰ ਹੁੰਦੇ ਆ, ਜਦੋਂ ਕਹਿੰਦੇ ਉਹ 4 ਯੂਨਿਟਸ ਯੂਜ਼ ਕਰਦਾ ਤਾਂ ਉਹ ਇਹਦੇ ਬਰਾਬਰ ਆ, ਠੀਕ ਹੈ। ਹੁਣ ਆਪਾਂ ਕਹਿ ਦਾਂਗੇ ਵੀ ਆਹ ਪੁਆਇੰਟ ਤੇ ਜਿੱਥੇ ਆਪਸ ਵਿੱਚ ਕੱਟ ਰਹੇ ਨੇ, ਠੀਕ ਹੈ, ਉੱਥੇ ਕੀ ਆ ਇਹ ਇਕੁਲੀਬਰੀਅਮ ਦੇ ਵਿੱਚ ਹੈਗਾ ਕੋਈ ਵੀ ਕੰਜ਼ਿਊਮਰ। ਕੀ ਕਹਿੰਦੇ ਆ, ਕਹਿੰਦੇ ਜੇਕਰ ਇਹ ਪਿੱਛੇ ਹੋਇਆ ਇਹਦੇ ਤੋਂ, ਠੀਕ ਹੈ, ਤਾਂ ਉਹਨੂੰ ਕਿੰਨਾ ਲਾਸ ਹੋਊਗਾ ਇੰਨਾ, ਠੀਕ ਹੈ। ਤੇ ਕਹਿੰਦੇ ਜੇ ਇਹ ਇਸ ਤੋਂ ਵੱਧ ਇਕਾਈ ਯੂਜ਼ ਕਰੂਗਾ ਤਾਂ ਉਹਨੂੰ ਲਾਸ ਹੋਊਗਾ ਇੰਨਾ, ਠੀਕ ਹੈ। ਤਾਂ ਕਰਕੇ ਕੀ ਆ ਨਾ ਉਹ ਇੱਧਰ ਜਾਣਾ ਚਾਹੁੰਦਾ ਨਾ ਉਹ ਇੱਧਰ ਜਾਣਾ ਚਾਹੁੰਦਾ, ਸੋ ਕਿੱਥੇ ਰਹਿਣਾ ਚਾਹੁੰਦਾ ਪੁਆਇੰਟ E ਤੇ। ਸੋ ਕੀ ਆ ਜਿਹੜੇ ਆਹ ਵਾਲੇ ਆ ਉਹਨਾਂ ਲਈ ਲਾਸਸ ਦਿਖਾਏ ਹੋਏ ਆ ਜੋ ਕੀ ਆ ਉਹਨੂੰ ਵੱਧ ਕੰਜ਼ਿਊਮ ਕਰਨ ਤੇ ਮਿਲਦੇ ਆ, ਠੀਕ ਹੈ। ਜੇ 3 ਯੂਨਿਟ ਯੂਜ਼ ਕਰੂਗਾ ਤਾਂ ਉਹਨੂੰ ਕਿੰਨਾ ਲਾਸ ਹੋਊਗਾ A B ਐਂਡ E, ਠੀਕ ਹੈ। ਜੇ 5 ਯੂਨਿਟ ਯੂਜ਼ ਕਰੂਗਾ ਤਾਂ ਉਹਨੂੰ ਕਿੰਨਾ ਲਾਸ ਹੋਊਗਾ E G F। ਸੋ ਕੀ ਆ ਜਿਹੜਾ ਕੰਜ਼ਿਊਮਰ ਦਾ ਇਕੁਲੀਬਰੀਅਮ ਇਸ ਪੁਆਇੰਟ ਤੇ ਹੀ ਆਊਗਾ। ਸੋ ਇਹਨਾਂ ਨੇ ਲਾਸਸ ਸ਼ੋ ਕੀਤੇ ਗਏ ਆ। ਪੁਆਇੰਟ ਕਹਿੰਦੇ ਯੂਨਿਟ 3 ਯੂਜ਼ ਕਰਨ ਤੇ ਲਾਸ ਕਿੰਨਾ ਹੁੰਦਾ A E B ਐਂਡ 5 ਯੂਨਿਟ ਯੂਜ਼ ਕਰਨ ਤੇ ਕਿੰਨਾ ਲਾਸ ਹੁੰਦਾ ਉਹਨੂੰ E G F। ਸੋ ਕੀ ਹੈ ਇਕੁਲੀਬਰੀਅਮ ਕਿੱਥੇ ਹੋਊਗਾ ਕੰਜ਼ਿਊਮਰ ਦਾ, ਜਿੱਥੇ ਕੀ ਆ ਉਹ 4 ਯੂਨਿਟਸ ਯੂਜ਼ ਕਰ ਰਿਹਾ ਤੇ ਉੱਥੇ MUX ਤੇ PX ਇੱਕ ਦੂਜੇ ਦੇ ਬਰਾਬਰ ਆ। ਸੋ ਆਪਣਾ ਇਹ ਵਾਲਾ ਪੁਆਇੰਟ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।